हाँ जी, ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਐਗਜ਼ਾਮ ਪ੍ਰੈਪ ਪੰਜਾਬ। ਸੋ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਮੈਂ ਪੋਲਿਟੀ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ, ਜੋ ਕਿ ਪੰਜਾਬ ਪੁਲਿਸ ਅਤੇ PT+B ਦੇ ਆਉਣ ਵਾਲੇ ਸਾਰੇ ਹੀ ਐਗਜ਼ਾਮਸ ਲਈ ਬਹੁਤ ਹੀ ਲੋੜਵੰਦ ਰਹਿਣ ਵਾਲੀ ਹੈ। ਸੋ ਦੋਸਤੋ, ਕੱਲ੍ਹ ਸਾਡੀ ਪਹਿਲੀ ਕਲਾਸ ਸੀ, ਜਿਸ ਦੇ ਵਿੱਚ ਕਿ ਮੈਂ ਪੋਲਿਟੀ ਦੇ ਇੰਡੀਅਨ ਕੌਂਸਟੀਟਿਊਸ਼ਨਲ ਡਿਵੈਲਪਮੈਂਟ ਯਾਨੀ ਕਿ ਇਨੀਸ਼ੀਅਲ ਸਟੇਜਿਸ ਵਿੱਚ ਜੋ ਵੀ ਉਸ ਦੇ ਰਿਲੇਟਡ MCQs ਬਣਦੇ ਹਨ, ਉਹਨਾਂ ਬਾਰੇ ਇੰਪੋਰਟੈਂਟ 30 MCQs ਕਰਵਾਏ ਹਨ। ਸੋ ਅੱਜ ਉਸੇ ਵੀਡੀਓ ਦਾ ਸੈਕਿੰਡ ਪਾਰਟ ਰਹੇਗਾ। ਸੋ ਅੱਜ ਦੀ ਵੀਡੀਓ ਤੋਂ ਬਾਅਦ ਸਾਡਾ ਇੰਡੀਅਨ ਕੌਂਸਟੀਟਿਊਸ਼ਨ ਡਿਵੈਲਪਮੈਂਟ ਦੀ ਇਨੀਸ਼ੀਅਲ ਸਟੇਜ ਵਾਲਾ ਪਾਰਟ ਖਤਮ ਹੋ ਜਾਏਗਾ। ਸੋ ਦੋਸਤੋ, ਉਮੀਦ ਕਰਦਾ ਕਿ ਤੁਸੀਂ ਉਹ ਵੀਡੀਓ ਜ਼ਰੂਰ ਦੇਖ ਲਈ ਹੋਏਗੀ ਅਤੇ ਵੀਡੀਓ ਨੂੰ ਜ਼ਰੂਰ ਲਾਈਕ ਸਬਸਕ੍ਰਾਈਬ ਕਰ ਦਿੱਤਾ ਹੋਏਗਾ। ਤੁਸੀਂ ਮੇਰੇ ਚੈਨਲ 'ਤੇ ਜੇਕਰ ਨਵੇਂ ਜੁੜੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਵੀਡੀਓਜ਼ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਜੋ ਵੀ ਪੰਜਾਬ ਦੇ ਕਿਸੇ ਪੇਪਰ ਨੂੰ ਟਾਰਗੇਟ ਕਰ ਰਹੇ ਹਨ। ਸੋ ਪੋਲਿਟੀ ਦੋਸਤੋ, ਤੁਸੀਂ ਸੈਂਟਰ ਲੈਵਲ 'ਤੇ ਵੀ ਕਿਸੇ ਪੇਪਰ ਦੀ ਅਗਰ ਤਿਆਰੀ ਕਰ ਰਹੇ ਹੋ SSC ਵਰਗੇ, ਤਾਂ ਉਸ ਦੇ ਵਿੱਚ ਵੀ ਬਹੁਤ ਜ਼ਰੂਰੀ ਭੂਮਿਕਾ ਰੱਖਦੀ ਹੈ। ਠੀਕ ਹੈ ਦੋਸਤੋ, ਇਸ ਕਰਕੇ ਇਹ ਕਲਾਸਿਸ ਬਹੁਤ ਇੰਪੋਰਟੈਂਟ ਰਹਿਣ ਵਾਲੀਆਂ ਹਨ। ਸੋ ਆਪਣਾ ਜ਼ਿਆਦਾ ਸਮਾਂ ਨਾ ਵੇਸਟ ਕਰਦੇ ਹੋਏ ਅਸੀਂ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਕਲਾਸ। ਸੋ ਅੱਜ ਦੀ ਕਲਾਸ ਦਾ ਸਾਡਾ ਪਹਿਲਾ ਕੁਐਸਚਨ ਰਹੇਗਾ, The nationalist demand for a constituent assembly was for the first time considered by the British government through indirectly and with reservation in the ਸੋ ਦੋਸਤੋ, ਕੌਂਸਟੀਟਿਊਐਂਟ ਅਸੈਂਬਲੀ ਦੀ ਜਦੋਂ ਪਹਿਲੀ ਵਾਰ ਡਿਮਾਂਡ ਰੱਖੀ ਗਈ ਸੀ, ਸੋ ਐਂਡ ਵਿਦ ਦ ਰਿਜ਼ਰਵੇਸ਼ਨ ਇਨ ਦਾ, ਸੋ ਇਸ ਦੇ ਵਿੱਚ ਜੋ ਮੇਨ ਭੂਮਿਕਾ ਸੀ ਉਹ ਕਿਸ ਦੀ ਸੀ? ਸੋ ਸਹੀ ਉੱਤਰ ਰਹੇਗਾ ਇਸ ਦਾ ਅਗਸਤ ਆਫਰ। ਠੀਕ ਹੈ ਦੋਸਤੋ, ਆਪਸ਼ਨ B ਬਿਲਕੁਲ ਕਰੈਕਟ ਉੱਤਰ ਰਹੇਗਾ। ਵਧਦੇ ਹਾਂ ਆਪਣੇ ਅਗਲੇ ਕੁਐਸਚਨ ਵੱਲ। Which of the following was adopted from the Maurya dynasty in the emblem of Government of India? ਜੋ ਗਵਰਨਮੈਂਟ ਆਫ ਇੰਡੀਆ ਦਾ ਐਂਬਲਮ ਹੈ, ਅਸੀਂ ਜਾਣਦੇ ਹਾਂ, ਜਿਸ ਦੇ ਵਿੱਚ 4 ਸ਼ੇਰ ਹਨ। ਠੀਕ ਹੈ, ਉਸ ਦੇ ਵਿੱਚ ਮੌਰੀਆ ਡਾਇਨੈਸਟੀ ਤੋਂ ਕੀ ਲਿਆ ਗਿਆ ਹੈ? ਸੋ ਇਸ ਦਾ ਸਹੀ ਉੱਤਰ ਰਹੇਗਾ 4 ਲਾਇਨਸ, ਜੋ 4 ਸ਼ੇਰ ਲਏ ਗਏ ਹਨ। ਫੋਟੋ ਵਿੱਚ ਸਾਨੂੰ ਅਕਸਰ ਹੀ 3 ਸ਼ੇਰ ਦਿਖਦੇ ਹਨ, ਬਟ ਇੱਕ ਉਸ ਦੀ ਬੈਕ ਸਾਈਡ 'ਤੇ ਵੀ ਇੱਕ ਸ਼ੇਰ ਹੁੰਦਾ ਹੈ। ਠੀਕ ਹੈ ਦੋਸਤੋ, ਇਹ ਮੌਰੀਆ ਡਾਇਨੈਸਟੀ ਤੋਂ ਲਿਆ ਗਿਆ ਹੈ। ਨੈਕਸਟ ਕੁਐਸਚਨ ਰਹੇਗਾ, ਦ ਆਫਿਸ ਆਫ ਦ ਗਵਰਨਰ ਜਨਰਲ ਆਫ ਇੰਡੀਆ ਵਾਜ਼ ਕ੍ਰੀਏਟਡ ਬਾਈ, ਗਵਰਨਰ ਜਨਰਲ ਆਫ ਇੰਡੀਆ ਦਾ ਜੋ ਪਦਵੀ ਹੈ ਉਹ ਕਿਸ ਦੁਆਰਾ ਬਣਾਈ ਗਈ ਸੀ? ਸੋ ਸਹੀ ਉੱਤਰ ਰਹੇਗਾ ਗਵਰਨਮੈਂਟ ਆਫ ਇੰਡੀਆ ਐਕਟ 1858। ਆਪਸ਼ਨ C ਬਿਲਕੁਲ ਕਰੈਕਟ ਉੱਤਰ ਰਹੇਗਾ ਦੋਸਤੋ। ਨੈਕਸਟ ਕੁਐਸਚਨ, ਹੂ ਅਮੰਗ ਦ ਫੋਲੋਇੰਗ ਇਜ਼ ਨੋਨ ਐਜ਼ ਦ ਫਾਦਰ ਆਫ ਦ ਇੰਡੀਅਨ ਕੌਂਸਟੀਟਿਊਸ਼ਨ? ਇਹ ਤਾਂ ਦੋਸਤੋ ਪੇਪਰ ਵਿੱਚ ਸਵਾਲ ਕਾਫੀ ਵਾਰੀ ਪੁੱਛਿਆ ਜਾ ਚੁੱਕਾ ਹੈ, ਫਾਦਰ ਆਫ ਕੌਂਸਟੀਟਿਊਸ਼ਨ। ਸੋ ਇਹ ਤਾਂ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ। ਤਾਂ ਸਹੀ ਉੱਤਰ ਰਹੇਗਾ ਡਾਕਟਰ BR ਅੰਬੇਦਕਰ, ਆਪਸ਼ਨ A। ਠੀਕ ਹੈ ਦੋਸਤੋ, ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ। ਵਧਦੇ ਹਾਂ ਨੈਕਸਟ ਕੁਐਸਚਨ ਵੱਲ। ਵੈਨ ਡਿਡ ਮਿਸਟਰ ਐਟਲੀ ਪ੍ਰਾਈਮ ਮਿਨਿਸਟਰ ਆਫ ਇੰਗਲੈਂਡ ਅਨਾਊਂਸ ਦਾ ਟ੍ਰਾਂਸਫਰ ਆਫ ਪਾਵਰ ਟੂ ਇੰਡੀਅਨਸ? ਇਹ ਵੀ ਦੋਸਤੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਜਦੋਂ ਭਾਰਤ ਆਜ਼ਾਦ ਹੋਣ ਵਾਲਾ ਸੀ ਤਾਂ ਐਟਲੀ, ਜੋ ਕਿ ਉਸ ਸਮੇਂ ਪ੍ਰਾਈਮ ਮਿਨਿਸਟਰ ਸੀ ਇੰਗਲੈਂਡ ਦਾ, ਉਸਨੇ ਪਾਵਰਸ ਇੰਡੀਆ ਨੂੰ ਦੇਣ ਦੀ ਗੱਲ ਕੀਤੀ ਸੀ। ਇਹ ਕਦੋਂ ਹੋਇਆ? ਸੋ ਸਹੀ ਉੱਤਰ ਰਹੇਗਾ ਜੂਨ 1948। ਠੀਕ ਹੈ ਦੋਸਤੋ, ਆਪਸ਼ਨ C ਬਿਲਕੁਲ ਕਰੈਕਟ ਉੱਤਰ ਰਹੇਗਾ। ਨੈਕਸਟ ਕੁਐਸਚਨ, ਹੂ ਪ੍ਰਪੋਜ਼ ਦਾ ਪ੍ਰੈਂਬਲ ਬਿਫੋਰ ਦਾ ਡਰਾਫਟਿੰਗ ਕਮੇਟੀ ਆਫ ਦਾ ਕੌਂਸਟੀਟਿਊਸ਼ਨ? ਪ੍ਰੈਂਬਲ ਨੂੰ ਅਸੀਂ ਜਾਣਦੇ ਹਾਂ, ਪ੍ਰੈਂਬਲ ਵਿੱਚ ਜਿਸ ਦੇ ਵਿੱਚ ਕਿ ਸਟਾਰਟਿੰਗ ਦੇ ਵਿੱਚ ਲਿਖਿਆ ਹੋਇਆ ਹੈ, ਸੋ ਉਹ ਕਿਹਨਾਂ ਨੇ ਪ੍ਰਪੋਜ਼ ਕੀਤਾ ਸੀ ਡਰਾਫਟਿੰਗ ਕਮੇਟੀ ਨੂੰ? ਸੋ ਸਹੀ ਉੱਤਰ ਰਹੇਗਾ ਜਵਾਹਰ ਲਾਲ ਨਹਿਰੂ। ਠੀਕ ਹੈ ਦੋਸਤੋ, ਆਪਸ਼ਨ A ਬਿਲਕੁਲ ਕਰੈਕਟ ਉੱਤਰ ਰਹੇਗਾ। ਨੈਕਸਟ ਕੁਐਸਚਨ, ਵਿਚ ਆਫ ਦ ਫੋਲੋਇੰਗ ਇਜ਼ ਕਰੈਕਟ ਰਿਗਾਰਡਿੰਗ ਦ ਇੰਡੀਅਨ ਕੌਂਸਟੀਟਿਊਸ਼ਨ? ਇੰਡੀਅਨ ਕੌਂਸਟੀਟਿਊਸ਼ਨ ਦੇ ਰਿਗਾਰਡਿੰਗ ਹੇਠ ਲਿਖਿਆਂ ਵਿੱਚੋਂ ਕਿਹੜੀ ਗੱਲ ਬਿਲਕੁਲ ਸਹੀ ਹੈ? ਸੋ ਸਹੀ ਉੱਤਰ ਹੈ ਇਸਦਾ ਆਪਸ਼ਨ C, ਇਟ ਇਜ਼ ਅ ਮਿਕਸਚਰ ਆਫ ਸੈਵਰਲ ਕੌਂਸਟੀਟਿਊਸ਼ਨ। ਜੀ ਹਾਂ, ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਅਲੱਗ-ਅਲੱਗ ਜੋ ਫੀਚਰਸ ਹਨ ਉਹ ਅਲੱਗ-ਅਲੱਗ ਕੰਟਰੀਜ਼ ਤੋਂ ਲਏ ਗਏ ਹਨ। ਸੋ ਇਸ ਕਰਕੇ ਇਟਸ ਅ ਮਿਕਸਚਰ ਆਫ ਸੈਵਰਲ ਕੌਂਸਟੀਟਿਊਸ਼ਨ। ਠੀਕ ਹੈ ਦੋਸਤੋ, ਆਪਸ਼ਨ C ਬਿਲਕੁਲ ਕਰੈਕਟ ਉੱਤਰ ਰਹੇਗਾ। ਮੈਚ ਦਾ ਫੋਲੋਇੰਗ, ਹੇਠ ਲਿਖਿਆਂ ਵਿੱਚ ਮੈਚ ਕਰੋ। ਸੋ ਇਸ ਦਾ ਆਨਸਰ ਹੈ ਆਪਸ਼ਨ D, ਯਾਨੀ ਕਿ ਗਵਰਨਮੈਂਟ ਆਫ ਇੰਡੀਆ ਐਕਟ 1919 ਦਾ ਆਨਸਰ ਹੈ ਡਾਇਆਰਕੀ। ਠੀਕ ਹੈ ਦੋਸਤੋ, ਗਵਰਨਮੈਂਟ ਆਫ ਇੰਡੀਆ ਐਕਟ 1935 ਦਾ ਮੈਚ ਰਹੇਗਾ ਪ੍ਰੋਵਿੰਸ਼ੀਅਲ ਆਟੋਨੋਮੀ ਦੇ ਨਾਲ। ਮਿੰਟੋ ਮੋਰਲੇ ਰਿਫੋਰਮਸ, ਇਹ ਸੈਪਰੇਟ ਇਲੈਕਟੋਰੇਟ ਦੇ ਨਾਲ ਮੈਚ ਕਰਨਗੇ। ਅਤੇ ਕੈਬਨਿਟ ਮਿਸ਼ਨ ਪਲਾਨ, ਜੋ ਸੀ
ਇਹਨਾਂ ਨੇ ਕਨਸਟੀਟਿਊਐਂਟ ਅਸੈਂਬਲੀ ਬਣਾਉਣ ਦੀ ਪ੍ਰਪੋਜ਼ਲ ਰੱਖਿਆ ਸੀ। ਸੋ ਇਸ ਕਰਕੇ ਇਹ ਬਿਲਕੁਲ ਕਰੈਕਟ ਮੈਚ ਬਣੇਗਾ। ਠੀਕ ਹੈ ਦੋਸਤੋ, ਆਪਸ਼ਨ ਡੀ ਬਿਲਕੁਲ ਕਰੈਕਟ ਰਹੇਗਾ। ਨੈਕਸਟ ਕੁਐਸਚਨ ਵੱਲ ਵਧਦੇ ਹਾਂ। ਦ ਅਮੈਂਡਮੈਂਟ ਪ੍ਰੋਸੀਜਰ ਲੇਡ ਡਾਊਨ ਇਨ ਦ ਕਨਸਟੀਟਿਊਸ਼ਨ ਆਫ ਇੰਡੀਆ ਇਜ਼ ਔਨ ਦ ਪੈਟਰਨ ਆਫ। ਜੋ ਅਮੈਂਡਮੈਂਟ ਕੀਤੇ ਜਾਂਦਾ ਹੈ, ਅਸੀਂ ਜਾਣਦੇ ਹਾਂ ਕਿ ਜੋ ਕੁਝ ਵੀ ਚੇਂਜਸ ਕੀਤੇ ਜਾਂਦੇ ਹਨ ਉਹਨਾਂ ਨੂੰ ਅਮੈਂਡਮੈਂਟ ਕਿਹਾ ਜਾਂਦਾ ਹੈ। ਸੋ ਇਹ ਪੈਟਰਨ ਕਿੱਥੋਂ ਲਿਆ ਗਿਆ ਹੈ? ਸਹੀ ਉੱਤਰ ਰਹੇਗਾ ਆਪਸ਼ਨ ਸੀ, ਕਨਸਟੀਟਿਊਸ਼ਨ ਆਫ ਸਾਊਥ ਅਫਰੀਕਾ। ਜਿਵੇਂ ਕਿ ਹੁਣ ਅਸੀਂ ਪੜ੍ਹਿਆ ਸੀ ਪਿੱਛੇ ਕਿ ਇਟਸ ਏ ਮਿਕਸਚਰ ਆਫ ਕਨਸਟੀਟਿਊਸ਼ਨ ਆਫ ਵੇਰੀਅਸ ਕੰਟਰੀਜ਼। ਸੋ ਇਸ ਕਰਕੇ ਕਨਸਟੀਟਿਊਸ਼ਨ ਆਫ ਸਾਊਥ ਅਫਰੀਕਾ ਤੋਂ ਅਮੈਂਡਮੈਂਟ ਕਰਨ ਦਾ ਫੀਚਰ ਲਿਆ ਗਿਆ ਹੈ। ਅਸੀਂ ਅੱਗੇ ਪੜ੍ਹਾਂਗੇ ਕਿ ਕਿਹੜੇ ਫੀਚਰ, ਉਸ ਦੀ ਮੈਂ ਇੱਕ ਅਲੱਗ ਤੋਂ ਕਲਾਸ ਲਵਾਂਗਾ ਜਿਸ ਵਿੱਚ ਮੈਂ ਦੱਸਾਂਗਾ ਕਿ ਕਿਹੜੀ ਕੰਟਰੀ ਤੋਂ ਕਿਹੜਾ ਫੀਚਰ ਲਿਆ ਗਿਆ ਹੈ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ। ਠੀਕ ਹੈ ਦੋਸਤੋ, ਦ ਫਰਸਟ ਸੈਸ਼ਨ ਆਫ ਦ ਕਨਸਟੀਟਿਊਐਂਟ ਅਸੈਂਬਲੀ ਵਾਜ਼ ਹੈਲਡ ਇਨ। ਕਨਸਟੀਟਿਊਐਂਟ ਅਸੈਂਬਲੀ ਦਾ ਪਹਿਲਾ ਸੈਸ਼ਨ ਕਿੱਥੇ ਹੋਇਆ ਸੀ? ਸੋ ਸਹੀ ਉੱਤਰ ਰਹੇਗਾ ਨਿਊ ਦਿੱਲੀ। ਠੀਕ ਹੈ ਦੋਸਤੋ, ਆਪਸ਼ਨ ਡੀ। ਨੈਕਸਟ ਕੁਐਸਚਨ ਰਹੇਗਾ, ਹੂ ਅਮੰਗ ਦ ਫੋਲੋਇੰਗ ਵਾਜ਼ ਦ ਚੇਅਰਮੈਨ ਆਫ ਦ ਯੂਨੀਅਨ ਕਨਸਟੀਟਿਊਸ਼ਨ ਕਮੇਟੀ ਆਫ ਦ ਕਨਸਟੀਟਿਊਐਂਟ ਅਸੈਂਬਲੀ। ਪਿਛਲੀ ਕਲਾਸ ਵਿੱਚ ਵੀ ਮੈਂ ਕੁਐਸਚਨ ਤੁਹਾਨੂੰ ਕਰਵਾਇਆ ਸੀ। ਸੋ ਇਸ ਦਾ ਸਹੀ ਉੱਤਰ ਹੈ ਜਵਾਹਰ ਲਾਲ ਨਹਿਰੂ। ਯੂਨੀਅਨ ਕਨਸਟੀਟਿਊਸ਼ਨ ਕਮੇਟੀ, ਯਾਦ ਰੱਖਣਾ ਦੋਸਤੋ, ਬਹੁਤ ਇੰਪੋਰਟੈਂਟ ਕਮੇਟੀ ਹੈ। ਇਸ ਦੇ ਚੇਅਰਮੈਨ ਜੋ ਸੀ ਉਹ ਸਨ ਜਵਾਹਰ ਲਾਲ ਨਹਿਰੂ ਜੀ। ਨੈਕਸਟ ਕੁਐਸਚਨ ਰਹੇਗਾ, ਹੂ ਅਮੰਗ ਦ ਫੋਲੋਇੰਗ ਵਾਜ਼ ਨੋਟ ਅ ਮੈਂਬਰ ਆਫ ਦ ਕਨਸਟੀਟਿਊਐਂਟ ਅਸੈਂਬਲੀ। ਹੇਠ ਲਿਖੇ ਪਰਸਨਸ ਵਿੱਚੋਂ ਕੌਣ ਕਨਸਟੀਟਿਊਐਂਟ ਅਸੈਂਬਲੀ ਦਾ ਮੈਂਬਰ ਨਹੀਂ ਸੀ? ਧਿਆਨ ਨਾਲ ਪੜ੍ਹਨਾ ਦੋਸਤੋ, ਨਹੀਂ ਪੁੱਛਿਆ ਗਿਆ ਹੈ। ਸੋ ਸਹੀ ਉੱਤਰ ਰਹੇਗਾ ਸੀ, ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ। ਇਹ ਕਨਸਟੀਟਿਊਐਂਟ ਅਸੈਂਬਲੀ ਦੇ ਮੈਂਬਰ ਨਹੀਂ ਸੀ। ਇਸ ਤੋਂ ਇਲਾਵਾ KM ਮੁਨਸ਼ੀ, ਵੱਲਭ ਭਾਈ ਪਟੇਲ, ਆਚਾਰਿਆ JBK ਪਲਾਨੀ, ਇਹ ਤਿੰਨੋਂ ਹੀ ਕਨਸਟੀਟਿਊਐਂਟ ਅਸੈਂਬਲੀ ਦੇ ਮੈਂਬਰ ਸਨ। ਠੀਕ ਹੈ ਦੋਸਤੋ, ਉਮੀਦ ਕਰਦਾ ਹਾਂ ਕਿ ਤੁਹਾਨੂੰ ਕੁਐਸਚਨਸ ਪਸੰਦ ਆ ਰਹੇ ਹੋਣਗੇ ਅਤੇ ਜ਼ਰੂਰ ਹੀ ਇਹਨਾਂ ਵਿੱਚੋਂ ਕੁਐਸਚਨ ਜੋ ਹਨ ਉਹ ਪੇਪਰ ਵਿੱਚ ਡਾਇਰੈਕਟ ਬਣਨਗੇ। ਠੀਕ ਹੈ ਦੋਸਤੋ, ਸੋ ਜ਼ਰੂਰ ਤੁਸੀਂ ਵੀਡੀਓ ਨੂੰ ਪੂਰਾ ਦੇਖਣਾ ਅਤੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਵਧਦੇ ਆਪਣੇ ਨੈਕਸਟ ਕੁਐਸਚਨ ਵੱਲ। ਵਿਚ ਆਫ ਦ ਫੋਲੋਇੰਗ ਆਰ ਦ ਫੀਚਰਸ ਆਫ ਫੈਡਰਲ ਸਟੇਟ। ਫੈਡਰਲ ਸਟੇਟ ਦੇ ਫੀਚਰਸ ਕਿਹੜੇ ਕਿਹੜੇ ਹਨ? ਸੋ ਇਸ ਦਾ ਸਹੀ ਉੱਤਰ ਹੈ ਓਨਲੀ ਵਨ। ਦ ਪਾਵਰਸ ਆਫ ਦ ਸੈਂਟਰਲ ਐਂਡ ਸਟੇਟ ਗਵਰਨਮੈਂਟ ਆਰ ਕਲੀਅਰਲੀ ਲੇਡ ਡਾਊਨ। ਜੀ ਹਾਂ, ਬਿਲਕੁਲ ਸਹੀ ਹੈ। ਇਟ ਹੈਜ਼ ਐਨ ਅਨਰਿਟਨ ਕਨਸਟੀਟਿਊਸ਼ਨ। ਇਹ ਤਾਂ ਗਲਤ ਹੈ ਦੋਸਤੋ, ਬਿਕੋਜ਼ ਇੰਡੀਅਨ ਕਨਸਟੀਟਿਊਸ਼ਨ ਇਜ਼ ਇਨ ਰਿਟਨ ਫੋਰਮ। ਸੋ ਸੈਂਟਰ ਅਤੇ ਸਟੇਟ ਦੇ ਪਾਵਰ ਜੋ ਹਨ ਉਹ ਕਲੀਅਰਲੀ ਡਿਫਾਈਨਡ ਹਨ। ਇਸੇ ਨੂੰ ਹੀ ਫੈਡਰਲ ਸਟੇਟ ਕਿਹਾ ਜਾਂਦਾ ਹੈ। ਸੋ ਇਸ ਕਰਕੇ ਆਪਸ਼ਨ ਏ ਬਿਲਕੁਲ ਕਰੈਕਟ ਉੱਤਰ ਆਏਗਾ ਦੋਸਤੋ। ਠੀਕ ਹੈ, ਨੈਕਸਟ ਕੁਐਸਚਨ, ਹੂ ਵਾਜ਼ ਦ ਫਰਸਟ ਫੋਰਨ ਮਿਨਿਸਟਰ ਆਫ ਫਰੀ ਇੰਡੀਆ। ਜੋ ਆਜ਼ਾਦ ਭਾਰਤ ਦਾ ਪਹਿਲਾ ਫੋਰਨ ਮਿਨਿਸਟਰ ਕੌਣ ਸੀ? ਸੋ ਸਹੀ ਉੱਤਰ ਰਹੇਗਾ ਜਵਾਹਰ ਲਾਲ ਨਹਿਰੂ। ਠੀਕ ਹੈ ਦੋਸਤੋ, ਆਪਸ਼ਨ ਏ। Under whom among the following was the first draft of the Constitution of India prepared in October 1947 by the advisory branch of the Office of Constituent Assembly? ਸੋ ਜੋ ਕਨਸਟੀਟਿਊਐਂਟ ਅਸੈਂਬਲੀ ਦੀ ਐਡਵਾਈਜ਼ਰੀ ਬ੍ਰਾਂਚ ਸੀ ਉਸ ਦੇ ਅਧੀਨ ਜੋ ਪਹਿਲਾ ਡਰਾਫਟ ਸੀਗਾ ਕਨਸਟੀਟਿਊਸ਼ਨ ਦਾ 1947 ਵਿੱਚ ਬਣ ਕੇ ਤਿਆਰ ਸੀ, ਉਹ ਕਿਹਨਾਂ ਨੇ ਬਣਾਇਆ ਸੀ? ਦੋਸਤੋ ਕੁਐਸਚਨ ਕਾਫੀ ਘੁਮਾ ਕੇ ਪੁੱਛਿਆ ਗਿਆ ਹੈ, ਪਰ ਤੁਸੀਂ ਸਿੰਪਲ ਯਾਦ ਰੱਖਣਾ ਕਿ ਪਹਿਲਾ ਡਰਾਫਟ ਜੋ ਸੀ ਉਹ ਕਿਹਨਾਂ ਨੇ ਬਣਾਇਆ, ਸਿੰਪਲ। ਸੋ ਇਸ ਦਾ ਸਹੀ ਉੱਤਰ ਰਹੇਗਾ BN ਰਾਓ। ਠੀਕ ਹੈ ਦੋਸਤੋ, ਆਪਸ਼ਨ ਡੀ। ਇਹ ਕੁਐਸਚਨ ਇੰਪੋਰਟੈਂਟ ਇਸ ਕਰਕੇ ਬਣ ਜਾਏਗਾ ਕਿਉਂਕਿ ਡਰਾਫਟਿੰਗ ਕਮੇਟੀ ਦੇਖਦੇ ਹੀ ਅਸੀਂ ਅਕਸਰ ਹੀ ਡਾਕਟਰ BR ਅੰਬੇਦਕਰ ਤੇ ਟਿਕ ਲਾਉਂਦੇ ਹਾਂ, ਬਟ ਨਹੀਂ, ਪਹਿਲਾ ਡਰਾਫਟ ਜੋ ਸੀ ਉਹ BN ਰਾਓ ਨੇ ਬਣਾਇਆ ਸੀ। ਠੀਕ ਹੈ ਦੋਸਤੋ, ਨੈਕਸਟ ਕੁਐਸਚਨ, ਵਿਚ ਵਨ ਅਮੰਗ ਦ ਫੋਲੋਇੰਗ ਇਜ਼ ਅ ਫੰਡਾਮੈਂਟਲ ਡਿਊਟੀ ਆਫ ਸਿਟੀਜ਼ਨਸ ਅੰਡਰ ਦ ਕਨਸਟੀਟਿਊਸ਼ਨ ਆਫ ਇੰਡੀਆ। ਅਸੀਂ ਜਾਣਦੇ ਹਾਂ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਸਾਡੇ ਫੰਡਾਮੈਂਟਲ ਰਾਈਟਸ ਹਨ ਅਤੇ ਫੰਡਾਮੈਂਟਲ ਡਿਊਟੀਜ਼ ਵੀ ਸਨ। ਸੋ ਹੇਠ ਲਿਖਿਆਂ ਵਿੱਚੋਂ ਕਿਹੜੀ ਫੰਡਾਮੈਂਟਲ ਡਿਊਟੀਜ਼ ਹਨ? ਸੋ ਸਹੀ ਉੱਤਰ ਰਹੇਗਾ ਆਪਸ਼ਨ ਸੀ, ਟੂ ਡਿਫੈਂਡ ਦ ਕੰਟਰੀ ਐਂਡ ਰੈਂਡਰ ਨੈਸ਼ਨਲ ਸਰਵਿਸ ਵੈਨ ਕਾਲਡ ਅਪੋਨ ਟੂ ਡੂ ਸੋ। ਸੋ ਜਦੋਂ ਵੀ ਦੇਸ਼ ਮੁਸੀਬਤ ਵਿੱਚ ਹੋਏਗਾ ਸੋ ਉਸ ਦੀ ਰੱਖਿਆ ਲਈ ਆਪਣੇ ਆਪ ਨੂੰ ਡਿਫੈਂਡ ਕਰਨਾ, ਯਾਨੀ ਕਿ ਪੂਰੇ ਦੇਸ਼ ਨੂੰ ਡਿਫੈਂਡ ਕਰਨਾ, ਇਹ ਸਾਡੀ ਇੱਕ ਬਹੁਤ ਵੱਡੀ ਡਿਊਟੀ ਹੈ। ਇਸ ਕਰਕੇ ਆਪਸ਼ਨ ਸੀ ਬਿਲਕੁਲ ਸਹੀ ਉੱਤਰ ਰਹੇਗਾ ਦੋਸਤੋ। ਠੀਕ ਹੈ ਜੀ, ਨੈਕਸਟ ਕੁਐਸਚਨ, ਦ first effort at drafting a Dominion status constitution for India was made in response to। ਸੋ ਇੰਡੀਆ ਨੂੰ ਡੋਮੀਨੀਅਨ ਸਟੇਟਸ ਦੇਣ ਦਾ ਜੋ ਪਹਿਲਾ ਐਫਰਟ ਸੀ ਸੋ ਉਹ ਕਿਸ ਦੇ
ਕਿਸ ਹੇਠ ਲਿਖਿਆਂ ਵਿੱਚੋਂ ਕਿਹੜੇ ਐਕਸ਼ਨ ਦੇ ਰਿਸਪੌਂਸ ਵਿੱਚ ਆਇਆ ਸੀ। ਸੋ ਸਹੀ ਉੱਤਰ ਰਹੇਗਾ ਸਾਈਮਨ ਕਮਿਸ਼ਨ। ਠੀਕ ਹੈ ਦੋਸਤੋ, ਆਪਸ਼ਨ ਸੀ ਬਿਲਕੁਲ ਕਰੈਕਟ ਉੱਤਰ ਰਹੇਗਾ। The Constitution of India divided the states of India in categories A, B, C, and D in the year 1950. In this context, which of the following statement is correct? ਅਸੀਂ ਜਾਣਦੇ ਹਾਂ ਕਿ ਕਨਸਟੀਟਿਊਸ਼ਨ ਆਫ ਇੰਡੀਆ ਜਦੋਂ ਸਟਾਰਟਿੰਗ ਵਿੱਚ ਬਣਿਆ ਸੀ ਤਾਂ ਉਸਨੇ ਜੋ ਇੰਡੀਅਨ ਸਟੇਟ ਸੀ ਉਹਨਾਂ ਨੂੰ ਮੇਨਲੀ ABCD 4 ਭਾਗਾਂ ਵਿੱਚ ਵੰਡਿਆ ਸੀ। ਇਹ 1950 ਦੀ ਗੱਲ ਹੈ। ਸੋ ਇਸ ਦੇ ਅਧੀਨ ਹੇਠ ਲਿਖੀਆਂ ਸਟੇਟਮੈਂਟਸ ਵਿੱਚੋਂ ਕਿਹੜੀ ਸਟੇਟਮੈਂਟ ਬਿਲਕੁਲ ਕਰੈਕਟ ਹੈ। ਸੋ ਸਹੀ ਉੱਤਰ ਰਹੇਗਾ ਆਪਸ਼ਨ ਸੀ। ਸਟੇਟਮੈਂਟ ਕਾਫੀ ਵੱਡੀ ਹੈ ਦੋਸਤੋ, ਧਿਆਨ ਨਾਲ ਪੜ੍ਹਨਾ। ਦ ਗਵਰਨਰ ਵਾਜ਼ ਦ ਐਗਜ਼ੀਕਿਊਟਿਵ ਹੈਡ ਆਫ ਦ ਕੈਟੇਗਰੀ ਏ ਸਟੇਟਸ। ਜੀ ਹਾਂ, ਜੋ ਏ ਕੈਟੇਗਰੀ ਦੀਆਂ ਸਟੇਟ ਸੀ ਉਹਨਾਂ ਦੇ ਹੈੱਡ ਸੀ ਗਵਰਨਰ। ਠੀਕ ਹੈ ਦੋਸਤੋ। ਦ ਰਾਜ ਪ੍ਰਮੁੱਖ ਵਾਜ਼ ਦ ਐਗਜ਼ੀਕਿਊਟਿਵ ਹੈਡ ਆਫ ਕੈਟੇਗਰੀ ਬੀ। ਜੋ ਬੀ ਕੈਟੇਗਰੀ ਦੀ ਸਟੇਟ ਸੀ ਉਹਨਾਂ ਦੇ ਹੈੱਡ ਨੂੰ ਰਾਜ ਪ੍ਰਮੁੱਖ ਕਿਹਾ ਜਾਂਦਾ ਸੀ। ਦ ਚੀਫ ਕਮਿਸ਼ਨਰ ਵਾਜ਼ ਦ ਐਗਜ਼ੀਕਿਊਟਿਵ ਹੈਡ ਆਫ ਸੀ ਐਂਡ ਡੀ ਸਟੇਟ। ਬਾਕੀ ਬਚੀਆਂ ਸੀ ਅਤੇ ਡੀ ਕੈਟੇਗਰੀ ਦੀ ਸਟੇਟਸ ਸੀ ਉਹਨਾਂ ਦੇ ਹੈੱਡ ਨੂੰ ਚੀਫ ਕਮਿਸ਼ਨਰ ਕਿਹਾ ਜਾਂਦਾ ਸੀ। ਸੋ ਇਹ ਦੋਸਤੋ ਕੁਐਸਚਨ ਬਹੁਤ ਇੰਪੋਰਟੈਂਟ ਬਣ ਜਾਂਦਾ ਹੈ, ਤੁਸੀਂ ਯਾਦ ਰੱਖਣਾ ਇਸ ਦਾ ਆਂਸਰ। Next question. The Constitution of India was promulgated on January 26, 1950. So Indian Constitution ਜੋ ਸੀ ਉਹ ਪਾਵਰ ਵਿੱਚ 26 ਜਨਵਰੀ 1950 ਵਿੱਚ ਆਇਆ ਸੀ। ਬਿਕੋਜ਼ ਸੋ ਇਸ ਦਾ ਰੀਜ਼ਨ ਕੀ ਸੀ? ਕਿਉਂਕਿ ਜੋ ਕਨਸਟੀਟਿਊਸ਼ਨ ਸੀ ਉਹ ਤਾਂ ਨਵੰਬਰ 26 1949 ਵਿੱਚ ਹੀ ਬਣ ਕੇ ਤਿਆਰ ਹੋ ਗਿਆ ਸੀ। ਸੋ ਇਸ ਨੂੰ 1950 ਵਿੱਚ ਹੀ ਲਾਗੂ ਕਿਉਂ ਕੀਤਾ ਗਿਆ? ਸੋ ਇਹ ਵੀ ਦੋਸਤੋ ਕੁਐਸਚਨ ਬਹੁਤ ਹੀ ਅਕਸਰ ਪੁੱਛਿਆ ਗਿਆ ਹੈ, ਸੋ ਬਹੁਤ ਇੰਪੋਰਟੈਂਟ ਕੁਐਸਚਨ ਹੈ। ਇਸ ਦਾ ਸਹੀ ਉੱਤਰ ਰਹੇਗਾ ਆਪਸ਼ਨ ਏ। ਦਿਸ ਡੇ ਵਾਜ਼ ਬੀਂਗ ਸੈਲੀਬ੍ਰੇਟਡ ਐਜ਼ ਦ ਇੰਡੀਪੈਂਡੈਂਸ ਡੇ ਸਿੰਸ 1929। ਸੋ 1929 ਤੋਂ ਹੀ ਇਹ ਦਿਨ ਇੰਡੀਪੈਂਡੈਂਸ ਡੇ ਤੋਂ ਕਰਕੇ ਮਨਾਇਆ ਜਾਂਦਾ ਸੀ। ਸੋ ਇਸ ਕਰਕੇ ਸਾਰਿਆਂ ਨੇ ਕਿਹਾ ਸੀ ਕਿ ਕਨਸਟੀਟਿਊਸ਼ਨ ਨੂੰ ਵੀ ਇਸੇ ਦਿਨ ਨੂੰ ਹੀ ਲਾਗੂ ਕੀਤਾ ਜਾਏਗਾ। ਠੀਕ ਹੈ ਦੋਸਤੋ। Next question. The idea of the Constitution of India was first of all given by. So Indian Constitution ਬਣਾਉਣ ਦਾ ਸਭ ਤੋਂ ਪਹਿਲਾਂ ਆਈਡੀਆ ਕਿਹਨਾਂ ਨੇ ਦਿੱਤਾ ਸੀ? ਸੋ ਸਹੀ ਉੱਤਰ ਰਹੇਗਾ ਆਪਸ਼ਨ ਡੀ, M.N. ਰॉय। ਠੀਕ ਹੈ ਦੋਸਤੋ, ਤੁਸੀਂ ਇਸ ਨੂੰ ਇਸ ਤਰੀਕੇ ਨਾਲ ਯਾਦ ਰੱਖ ਸਕਦੇ ਹੋ ਕਿ M ਯਾਨੀ ਕਿ ਮੈਂ, ਮਤਲਬ ਕਿ ਮੈਂ ਆਈਡੀਆ ਦਿੱਤਾ ਸੀ। ਠੀਕ ਹੈ ਦੋਸਤੋ, M.N. ਰॉय। ਵਧਦੇ ਹਾਂ ਅਗਲੇ ਕੁਐਸਚਨ ਵੱਲ। ਦ ਮੈਂਬਰ ਆਫ ਦ ਕਨਸਟੀਟਿਊਟ ਅਸੈਂਬਲੀ ਵਰ। ਸੋ ਕਨਸਟੀਟਿਊਟ ਅਸੈਂਬਲੀ ਦੇ ਜੋ ਮੈਂਬਰ ਸਨ ਉਹ ਇਲੈਕਟਡ ਬਾਏ ਪ੍ਰੋਵਿੰਸ਼ੀਅਲ ਅਸੈਂਬਲੀਜ਼। ਸੋ ਉਹਨਾਂ ਨੂੰ ਪ੍ਰੋਵਿੰਸ਼ੀਅਲ ਅਸੈਂਬਲੀਜ਼ ਯਾਨੀ ਕਿ ਜੋ ਉਸ ਸਮੇਂ ਦੀਆਂ ਪ੍ਰੋਵਿੰਸਿਸ ਸੀ ਉਹਨਾਂ ਨੂੰ ਪੋਪੂਲੇਸ਼ਨ ਦੇ ਆਧਾਰ 'ਤੇ ਚੱਕਿਆ ਜਾਂਦਾ ਸੀ, ਜਾਂ ਅਲੱਗ-ਅਲੱਗ ਜੋ ਪ੍ਰੋਵਿੰਸਿਸ ਬਣੀਆਂ ਹੋਈਆਂ ਸੀ ਉਹਨਾਂ ਦੇ ਵਿੱਚੋਂ ਚੱਕਿਆ ਜਾਂਦਾ ਸੀ, ਸਿਲੈਕਟ ਕੀਤਾ ਜਾਂਦਾ ਸੀ। ਠੀਕ ਹੈ ਦੋਸਤੋ, ਸੋ ਆਪਸ਼ਨ ਏ ਬਿਲਕੁਲ ਹੀ ਕਰੈਕਟ ਉੱਤਰ ਰਹੇਗਾ ਦੋਸਤੋ। ਵਧਦੇ ਹਾਂ ਨੈਕਸਟ ਕੁਐਸਚਨ ਵੱਲ। ਵਿਚ ਆਫ ਦ ਫੋਲੋਇੰਗ ਸਟੇਟਮੈਂਟ ਰਿਗਾਰਡਿੰਗ ਦ ਕਨਸਟੀਟਿਊਐਂਟ ਅਸੈਂਬਲੀ ਆਰ ਟਰੂ। ਸੋ ਕਨਸਟੀਟਿਊਐਂਟ ਅਸੈਂਬਲੀ ਦੇ ਸੰਦਰਭ ਵਿੱਚ ਹੇਠ ਲਿਖਿਆਂ ਵਿੱਚ ਕਿਹੜੀ ਸਟੇਟਮੈਂਟ ਬਿਲਕੁਲ ਸਹੀ ਹੈ? ਸੋ ਸਹੀ ਉੱਤਰ ਰਹੇਗਾ ਆਪਸ਼ਨ ਸੀ, 3rd and 4th। ਇਟ ਵਾਜ਼ ਏ ਮਲਟੀ ਪਾਰਟੀ ਬੋਡੀ। ਜੀ ਹਾਂ ਬਿਲਕੁਲ, ਉਸ ਦੇ ਵਿੱਚ ਸਾਰੀਆਂ ਅਲੱਗ-ਅਲੱਗ ਪਾਰਟੀਆਂ ਦੇ ਮੈਂਬਰ ਸਨ। ਐਂਡ ਇਟ ਵਰਕ ਥਰੂ ਸੈਵਰਲ ਕਮੇਟੀਜ਼। ਜੀ ਹਾਂ, ਅਸੀਂ ਪਿਛਲੀ ਕਲਾਸਿਸ ਵਿੱਚ ਦੇਖਿਆ ਹੈ ਕਿ ਕਾਫੀ ਕਮੇਟੀਜ਼ ਸੀ। ਸੋ ਕਮੇਟੀਆਂ ਨਾਲ ਹੀ ਬਣਿਆ ਸੀ। ਸੋ ਦੋਸਤੋ ਕਮੇਟੀਜ਼ ਨੂੰ ਲੈ ਕੇ ਵੀ ਮੈਂ ਤੁਹਾਡੇ ਲਈ ਇੱਕ ਅਲੱਗ ਸੈਸ਼ਨ ਲੈ ਕੇ ਆਵਾਂਗਾ, ਜਿਸ ਦੇ ਵਿੱਚ ਕਿ ਮੈਂ ਸਾਰੀਆਂ ਕਮੇਟੀਆਂ ਅਤੇ ਉਹਨਾਂ ਦੇ ਚੇਅਰਮੈਨਸ ਦੀ ਇੱਕ ਅਲੱਗ ਤੋਂ ਵੀਡੀਓ ਬਣਾਵਾਂਗਾ। ਠੀਕ ਹੈ ਦੋਸਤੋ, ਸੋ ਤੁਸੀਂ ਜ਼ਰੂਰ ਚੈਨਲ ਦੇ ਨਾਲ ਜੁੜੇ ਰਹਿਣਾ। ਨੈਕਸਟ ਕੁਐਸਚਨ। ਹੂ ਅਮੰਗ ਦ ਫੋਲੋਇੰਗ ਵਾਜ਼ ਨੋਟ ਏ ਮੈਂਬਰ ਆਫ ਕਨਸਟੀਟਿਊਐਂਟ ਅਸੈਂਬਲੀ ਇਨ ਜੁਲਾਈ 1946। 1946 ਵਿੱਚ ਹੇਠ ਲਿਖਿਆਂ ਵਿੱਚੋਂ ਕੌਣ ਕਨਸਟੀਟਿਊਐਂਟ ਅਸੈਂਬਲੀ ਦਾ ਮੈਂਬਰ ਨਹੀਂ ਸੀ? ਠੀਕ ਹੈ ਦੋਸਤੋ, ਧਿਆਨ ਨਾਲ ਪੜ੍ਹਨਾ, ਨਹੀਂ ਪੁੱਛਿਆ ਗਿਆ ਹੈ। ਸੋ ਸਹੀ ਉੱਤਰ ਰਹੇਗਾ ਆਪਸ਼ਨ ਬੀ, ਮਹਾਤਮਾ ਗਾਂਧੀ। ਠੀਕ ਹੈ ਦੋਸਤੋ, ਮਹਾਤਮਾ ਗਾਂਧੀ ਜੋ ਸਨ ਉਹ ਕਦੇ ਵੀ ਕਨਸਟੀਟਿਊਐਂਟ ਅਸੈਂਬਲੀ ਦੇ ਮੈਂਬਰ ਨਹੀਂ ਰਹੇ। ਸੋ ਆਪਸ਼ਨ ਬੀ ਬਿਲਕੁਲ ਕਰੈਕਟ ਉੱਤਰ ਰਹੇਗਾ। ਨੈਕਸਟ ਕੁਐਸਚਨ। ਇੰਡੀਆ ਬਿਕਮ ਏ ਸੋਵਰਨ ਡੈਮੋਕ੍ਰੈਟਿਕ ਰਿਪਬਲਿਕ ਔਨ। ਸੋ ਇੰਡੀਆ ਸੋਵਰਨ ਡੈਮੋਕ੍ਰੈਟਿਕ ਰਿਪਬਲਿਕ ਕਦੋਂ ਬਣਿਆ? ਸਹੀ ਉੱਤਰ ਰਹੇਗਾ ਆਪਸ਼ਨ ਸੀ, 26 ਜਨਵਰੀ 1950। ਠੀਕ ਹੈ ਦੋਸਤੋ, ਆਪਸ਼ਨ ਸੀ ਬਿਲਕੁਲ ਕਰੈਕਟ ਉੱਤਰ ਰਹੇਗਾ। ਵਿਚ ਵਨ ਆਫ ਦ ਫੋਲੋਇੰਗ ਮੇਡ ਦ ਇੰਡੀਅਨ ਲੈਜਿਸਲੇਚਰ ਬਾਈਕੈਮਰਲ। ਸੋ ਦੋਸਤੋ, ਜੋ ਲੈਜਿਸਲੇਚਰ ਯਾਨੀ ਕਿ ਪਾਰਲੀਮੈਂਟ ਹੁੰਦੀ ਹੈ ਉਹ ਦੋ ਤਰੀਕੇ ਦੀ ਹੁੰਦੀ ਹੈ, ਬਾਈਕੈਮਰਲ ਜਾਂ ਯੂਨੀਕੈਮਰਲ। ਯੂਨੀਕੈਮਰਲ ਉਹ ਹੁੰਦੀ ਹੈ ਜਿਸ ਦੇ ਵਿੱਚ ਸਿਰਫ ਇੱਕ ਹਾਊਸ ਹੁੰਦਾ ਹੈ, ਲੋਕ ਸਭਾ।
ਜਾਂ ਰਾਜ ਸਭਾ। ਠੀਕ ਹੈ ਦੋਸਤੋ। ਅਤੇ ਬਾਈਕੈਮਰਲ ਉਹ ਹੁੰਦੀ ਹੈ ਕਿ ਜਿਸ ਦੇ ਵਿੱਚ ਦੋਨੋਂ ਹੀ ਹਾਊਸ ਹੁੰਦੇ ਹਨ, ਬਾਈਕੈਮਰਲ ਅਤੇ ਯੂਨੀਕੈਮਰਲ। ਸੋ ਇਸ ਸਮੇਂ ਇੰਡੀਆ ਵਿੱਚ 6 ਸਟੇਟਸ ਐਸੀਆਂ ਹਨ ਜਿਨ੍ਹਾਂ ਵਿੱਚ ਕਿ ਜਿਨ੍ਹਾਂ ਵਿੱਚ ਬਾਈਕੈਮਰਲ ਹਾਊਸ ਹੈ, ਯਾਨੀ ਕਿ ਜਿਨ੍ਹਾਂ ਦੇ ਵਿੱਚ ਲੈਜਿਸਲੇਟਿਵ ਅਸੈਂਬਲੀ ਵੀ ਹੈ ਅਤੇ ਲੈਜਿਸਲੇਟਿਵ ਕਾਊਂਸਿਲ ਵੀ ਹੈ। ਅਸੀਂ ਸਟੇਟ ਦੀ ਗੱਲ ਕਰ ਰਹੇ ਹਾਂ ਕਿਉਂਕਿ ਸੈਂਟਰ ਲੈਵਲ 'ਤੇ ਤਾਂ ਲੋਕ ਸਭਾ ਅਤੇ ਰਾਜ ਸਭਾ ਹੁੰਦੀ ਹੀ ਹੈ, ਬਟ ਇਹ ਯੂਨੀਕੈਮਰਲ ਅਤੇ ਬਾਈਕੈਮਰਲ ਦਾ ਜੋ ਕੰਸੈਪਟ ਹੈ ਇਹ ਸਟੇਟਸ ਵਿੱਚ ਲਾਗੂ ਹੁੰਦਾ ਹੈ। ਸੋ ਦੋਸਤੋ, ਮੈਂ ਪਹਿਲਾਂ ਥੋੜ੍ਹਾ ਗਲਤ ਬੋਲ ਗਿਆ ਸੀ। ਸੋ 6 ਸਟੇਟਸ ਐਸੀਆਂ ਹਨ ਜਿਨ੍ਹਾਂ ਵਿੱਚ ਕਿ ਬਾਈਕੈਮਰਲ ਹਾਊਸ ਹੈ, ਯਾਨੀ ਕਿ ਉੱਥੇ ਲੋਕ ਸਭਾ ਅਤੇ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਦੋਨੋਂ ਹੀ ਹਨ। ਸੋ ਇਸ ਕਰਕੇ ਬਾਈਕੈਮਰਲ ਹੁੰਦਾ ਹੈ 2 ਹਾਊਸ ਅਤੇ ਯੂਨੀਕੈਮਰਲ ਮੀਨਸ 1 ਹਾਊਸ। ਸੋ ਇੰਡੀਅਨ ਲੈਜਿਸਲੇਚਰ ਵਿਚ ਵਨ ਆਫ ਦਾ ਫੋਲੋਇੰਗ ਮੇਡ ਇੰਡੀਅਨ ਲੈਜਿਸਲੇਚਰ ਬਾਈਕੈਮਰਲ। ਸੋ ਹੇਠ ਲਿਖਿਆਂ ਵਿੱਚੋਂ ਕਿਹੜੇ ਐਕਟ ਦੇ ਅਧੀਨ ਜੋ ਲੈਜਿਸਲੇਚਰ ਸੀ ਉਸਨੂੰ ਬਾਈਕੈਮਰਲ ਬਣਾਇਆ ਗਿਆ। ਸੋ ਸਹੀ ਉੱਤਰ ਰਹੇਗਾ ਬੀ, ਗਵਰਨਮੈਂਟ ਆਫ ਇੰਡੀਆ ਐਕਟ 1919। ਠੀਕ ਹੈ ਦੋਸਤੋ, ਕੰਸੈਪਟ ਥੋੜ੍ਹਾ ਜਿਹਾ ਡਿਫੀਕਲਟ ਸੀ। ਸੋ ਠੀਕ ਹੈ, ਤੁਸੀਂ ਯਾਦ ਰੱਖਣਾ ਇਹ ਪੁਆਇੰਟਸ। The first attempt at introducing a representative and popular element in administration was made by ਸੋ ਐਡਮਿਨਿਸਟ੍ਰੇਸ਼ਨ ਦੇ ਵਿੱਚ ਰਿਪਰੈਜ਼ੈਂਟੇਟਿਵਸ ਨੂੰ ਐਡ ਕਰਨ ਦਾ ਜੋ ਕਹ ਲਓ ਕਿ ਇੱਕ ਡਿਸੀਜਨ ਸੀ, ਇਹ ਕਿਸ ਐਕਟ ਦੇ ਅਧੀਨ ਲਿਆ ਗਿਆ। ਸੋ ਸਹੀ ਉੱਤਰ ਰਹੇਗਾ ਆਪਸ਼ਨ ਬੀ, ਇੰਡੀਅਨ ਕਾਊਂਸਿਲ ਐਕਟ 1909। ਠੀਕ ਹੈ ਦੋਸਤੋ, ਆਪਸ਼ਨ ਬੀ ਬਿਲਕੁਲ ਕਰੈਕਟ ਉੱਤਰ ਰਹੇਗਾ। Next question. The Government of India Act 1935 vested the residuary power in the ਸੋ ਦੋਸਤੋ ਰੈਜ਼ੀਡੂਰੀ ਪਾਵਰ ਜੋ ਹੈ ਇਹ ਬਹੁਤ ਹੀ ਵਰਡ ਘੱਟ ਯੂਜ਼ ਕੀਤਾ ਜਾਂਦਾ ਹੈ, ਬਟ ਇਹ ਬਹੁਤ ਇੰਪੋਰਟੈਂਟ ਬਣਦਾ ਹੈ। ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਕਿ ਜੋ ਸਾਡੀਆਂ ਪਾਵਰਸ ਹੁੰਦੀਆਂ ਹਨ ਸਟੇਟਸ ਦੀਆਂ ਜਾਂ ਸੈਂਟਰ ਦੀਆਂ, ਉਹਨਾਂ ਨੂੰ ਕੌਨਸਟੀਟਿਊਸ਼ਨ ਦੇ ਵਿੱਚ ਮੇਨਲੀ 4 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਸਭ ਤੋਂ ਪਹਿਲੀ ਪਾਵਰ ਹੁੰਦੀ ਹੈ ਸਟੇਟ ਲਿਸਟ। ਠੀਕ ਹੈ ਦੋਸਤੋ, ਦੂਸਰੀ ਲਿਸਟ ਹੁੰਦੀ ਹੈ ਯੂਨੀਅਨ ਲਿਸਟ। ਠੀਕ ਹੈ, ਅਤੇ ਥਰਡ ਹੁੰਦੀ ਹੈ ਕਨਕਰੈਂਟ ਲਿਸਟ। ਸੋ ਦੋਸਤੋ ਸਟੇਟ ਲਿਸਟ ਉਹ ਹੁੰਦੀ ਹੈ ਜਿਸ ਦੇ ਵਿੱਚ ਕਿ ਸਟੇਟਸ ਦੇ ਕੋਲ ਜੋ ਵੀ ਪਾਵਰ ਹਨ, ਜਿਸ ਵੀ ਮੁੱਦੇ ਦੇ ਉੱਤੇ ਪਾਵਰ ਹੈ, ਉਹ ਇਸ ਲਿਸਟ ਦੇ ਵਿੱਚ ਹੁੰਦੀਆਂ ਹਨ। ਅਤੇ ਯੂਨੀਅਨ ਲਿਸਟ ਉਹ ਹੁੰਦੀ ਹੈ ਜਿਸ ਦੇ ਵਿੱਚ ਕਿ ਸੈਂਟਰ ਦੇ ਕੋਲ ਜਿਨ੍ਹਾਂ ਟੌਪਿਕਸ ਦੇ ਉੱਤੇ ਪਾਵਰ ਹੁੰਦੀ ਹੈ ਉਹ ਇਸ ਦੇ ਅਧੀਨ ਆਉਂਦੇ ਹਨ। ਅਤੇ ਕਨਕਰੈਂਟ ਲਿਸਟ ਉਹ ਹੁੰਦੀ ਹੈ ਜਿਸ ਦੇ ਅਧੀਨ ਦੋਨੋਂ ਸਟੇਟਸ ਅਤੇ ਯੂਨੀਅਨ ਦੇ ਸਾਂਝੇ ਡਿਸੀਜਨਸ ਆਉਂਦੇ ਹਨ। ਬਟ ਰੈਸੀਡੂਰੀ ਪਾਵਰ ਜੋ ਕਿ ਬਹੁਤ ਹੀ ਘੱਟ ਸੁਣਨ ਨੂੰ ਮਿਲਦੀ ਹੈ, ਉਹ ਇਹ ਲਿਸਟ ਹੁੰਦੀ ਹੈ ਜਿਸ ਦੇ ਵਿੱਚ ਕਿ ਇਹ ਤਿੰਨੋਂ ਹੀ ਨਹੀਂ ਆਉਂਦੇ। ਸੋ ਬਚੀਆਂ ਹੋਈਆਂ ਪਾਵਰ ਰੈਸੀਡੂਰੀ ਪਾਵਰ ਵਿੱਚ ਆ ਜਾਂਦੀਆਂ ਹਨ। ਸੋ ਦੋਸਤੋ ਇਹ ਵੀ ਪੁਆਇੰਟ ਯਾਦ ਰੱਖਣ ਵਾਲਾ ਹੈ ਕਿ ਰੈਸੀਡੂਰੀ ਜੋ ਪਾਵਰ ਹੁੰਦੀਆਂ ਹਨ ਉਹਨਾਂ ਉੱਤੇ ਡਿਸੀਜਨ ਮੇਕਿੰਗ ਦੀ ਪਾਵਰ ਕੇਵਲ ਸੈਂਟਰ ਦੇ ਕੋਲ ਹੁੰਦੀ ਹੈ। ਠੀਕ ਹੈ ਦੋਸਤੋ, ਸੋ ਰੈਸੀਡੂਰੀ ਪਾਵਰ ਜੋ ਹੁੰਦੀਆਂ ਹਨ ਇਹਨਾਂ ਦੀ ਪਾਵਰ ਵੀ ਸੈਂਟਰ ਦੇ ਕੋਲ ਹੀ ਹੁੰਦੀ ਹੈ। ਸੋ ਇਸ ਤਰੀਕੇ ਨਾਲ ਇਸ ਦਾ ਸਹੀ ਉੱਤਰ ਰਹੇਗਾ ਆਪਸ਼ਨ ਏ। ਸੋ ਜੋ ਰੈਸੀਡੂਰੀ ਪਾਵਰ ਦਾ ਕੰਸੈਪਟ ਹੈ ਇਹ ਬ੍ਰਿਟਿਸ਼ ਪਾਰਲੀਮੈਂਟ ਤੋਂ ਲਿਆ ਗਿਆ ਹੈ। ਠੀਕ ਹੈ ਦੋਸਤੋ, ਵਧਦੇ ਹਾਂ ਅਗਲੇ ਕੁਐਸਚਨ ਵੱਲ। ਵਿਚ ਆਫ ਦਾ ਫੋਲੋਇੰਗ ਵਾਜ਼ ਨੋਟ ਵਨ ਆਫ ਦਾ ਫੀਚਰ ਆਫ ਗਵਰਨਮੈਂਟ ਆਫ ਇੰਡੀਆ ਐਕਟ 1935। ਸੋ ਹੇਠ ਲਿਖਿਆਂ ਵਿੱਚੋਂ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਅਧੀਨ ਕਿਹੜਾ ਫੀਚਰ ਨਹੀਂ ਆਉਂਦਾ। ਸਹੀ ਉੱਤਰ ਰਹੇਗਾ ਬਾਈਕੈਮਰਲ ਲੈਜਿਸਲੇਚਰ। ਬਾਈਕੈਮਰਲ ਲੈਜਿਸਲੇਚਰ ਜੋ ਹੈ ਇਹ 1935 ਦੇ ਅਧੀਨ ਨਹੀਂ ਆਉਂਦਾ। ਇਸ ਤੋਂ ਇਲਾਵਾ ਬਾਕੀ ਆਲ ਇੰਡੀਆ ਫੈਡਰੇਸ਼ਨ, ਡਾਇਰਕੀ ਸੈਂਟਰ, ਪ੍ਰੋਵਿੰਸ਼ੀਅਲ ਆਟੋਨੋਮੀ, ਇਹ ਤਿੰਨੋਂ ਹੀ ਇੰਡੀਅਨ ਐਕਟ 1935 ਦੇ ਫੀਚਰਸ ਹਨ। ਸੋ ਸੈਕਿੰਡ ਲਾਸਟ ਕੁਐਸਚਨ ਵੱਲ ਅਸੀਂ ਵੱਧ ਗਏ ਹਾਂ। ਵਿਚ ਵਨ ਆਫ ਦਾ ਫੋਲੋਇੰਗ ਏਮਡ ਐਟ ਪ੍ਰੋਵਾਈਡਿੰਗ ਏ ਫੈਡਰਲ ਸਟਰਕਚਰ ਫॉर ਇੰਡੀਆ। ਸੋ ਹੇਠ ਲਿਖਿਆਂ ਵਿੱਚੋਂ ਕਿਸ ਐਕਟ ਦੇ ਅਧੀਨ ਫੈਡਰਲ ਸਟਰਕਚਰ ਬਣਾਉਣ ਦੀ ਮੰਗ ਰੱਖੀ ਗਈ ਸੀ। ਸੋ ਸਹੀ ਉੱਤਰ ਰਹੇਗਾ ਆਪਸ਼ਨ ਡੀ, ਗਵਰਨਮੈਂਟ ਆਫ ਇੰਡੀਆ ਐਕਟ 1935। ਠੀਕ ਹੈ ਦੋਸਤੋ, ਫੈਡਰਲ ਸਟਰਕਚਰ ਮੈਂ ਤੁਹਾਨੂੰ ਹੁਣੇ ਹੀ ਪਿੱਛੇ ਦੱਸ ਕੇ ਹਟਿਆ ਹਾਂ ਜਿਸ ਦੇ ਵਿੱਚ ਕਿ ਸੈਂਟਰ ਅਤੇ ਸਟੇਟਸ ਦੀਆਂ ਪਾਵਰ ਨੂੰ ਕਲੀਅਰਲੀ ਡਿਫਾਈਨ ਕੀਤਾ ਹੁੰਦਾ ਹੈ। ਠੀਕ ਹੈ ਦੋਸਤੋ, ਅੱਜ ਦਾ ਲਾਸਟ ਕੁਐਸਚਨ ਸਾਡਾ ਰਹੇਗਾ ਵਟ ਵਾਜ਼ ਦਾ ਮੇਨ ਸਟੈਪੂਲੇਸ਼ਨ ਆਫ ਗਵਰਨਮੈਂਟ ਆਫ ਇੰਡੀਆ ਐਕਟ 1935। ਸੋ 1935 ਵਾਲੇ ਇੰਡੀਅਨ ਐਕਟ ਦਾ ਮੇਨ ਮੁੱਦਾ ਕੀ ਸੀ। ਸੋ ਸਹੀ ਉੱਤਰ ਰਹੇਗਾ ਕੰਪਲੀਟ ਇੰਡੀਪੈਂਡੈਂਸ ਗਰੰਟਿਡ। ਸੋ ਇਸ ਦੇ ਅਧੀਨ ਭਾਰਤ ਨੂੰ ਪੂਰੇ ਤਰੀਕੇ ਨਾਲ ਆਜ਼ਾਦ ਕਰਾਉਣ ਦਾ ਜੋ ਏਮ ਰੱਖਿਆ ਗਿਆ ਸੀ। ਸੋ ਇਹ ਸੀ ਦੋਸਤੋ ਅੱਜ ਦੇ 30 ਮੋਸਟ ਇੰਪੋਰਟੈਂਟ MCQs। ਸੋ ਇਹ MCQs ਮੈਂ ਬਹੁਤ ਹੀ ਔਰਗਨਾਈਜ਼ਡ ਵੇ ਦੇ ਨਾਲ ਤਿਆਰ ਕੀਤੇ ਹਨ ਜਿਸ ਦੇ ਵਿੱਚ ਕਿ ਮੈਂ
ਇੰਡੀਅਨ ਕੌਂਸਟੀਟਿਊਸ਼ਨ ਦੇ ਇਨੀਸ਼ੀਅਲ ਸਟੇਜ ਤੋਂ ਲੈ ਕੇ ਉਸਦੇ ਪੂਰਾ ਤਿਆਰ ਹੋਣ ਤੱਕ ਦੇ ਜੋ ਵੀ ਇੰਸੀਡੈਂਟ ਹੁੰਦੇ ਹਨ ਉਹਨਾਂ ਨੂੰ ਮੈਂ ਇੱਕ ਔਰਗਨਾਈਜ਼ਡ ਵੇ ਦੇ ਵਿੱਚ ਮੈਂ ਤੁਹਾਨੂੰ ਕਵਰ ਕਰਵਾਵਾਂਗਾ। ਸੋ ਦੋਸਤੋ, ਜ਼ਰੂਰ ਹੀ ਤੁਸੀਂ ਮੇਰੇ ਚੈਨਲ ਦੇ ਨਾਲ ਜੁੜੇ ਰਹਿਣਾ ਅਤੇ ਮੇਰੀ ਵੀਡੀਓਜ਼ ਨੂੰ ਲਾਈਕ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਅਤੇ ਮੇਰੇ ਚੈਨਲ ਨੂੰ ਜ਼ਰੂਰ ਹੀ ਸਬਸਕ੍ਰਾਈਬ ਕਰ ਲਓ, ਕਿਉਂਕਿ ਇਸ ਦੇ ਵਿੱਚ ਮੈਂ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰਾ ਫ੍ਰੀ ਕੰਟੈਂਟ ਦੇਣ ਵਾਲਾ ਹਾਂ। ਸੋ ਠੀਕ ਆ ਦੋਸਤੋ, ਮਿਲਦੇ ਹਾਂ ਅਸੀਂ ਅਗਲੀ ਕਲਾਸ ਦੇ ਵਿੱਚ। ਤਬ ਤੱਕ ਰੱਬ ਰਾਖਾ ਦੋਸਤੋ।